सो कहो टल गुर सेविय अहनिस सहज सुभाए। दर्शन परसे गुरु के जन्म मरण दुख जाए। सज्जन सच्चा पातशाह सिर शाह दे शाह। जिस पास बैठे सोहिए सबना दा वेसा। सतनाम श्री वाहिगुरु साहिब जी। सोरठ महला पंजवा। सर्ब सुखा का दाता सतगुर ताकी सरनी पाइया। दर्शन भेटत होत आनंदा। दुख गया हर गाइया। सर्ब सुखा का दाता सतगुर ताकी सरनी पाइया। दर्शन भेटत होत आनंदा। दुख गया हर गाइया। हर रस पीवो पाई। नाम जपो नामो आराधो। गुरपुरे की सरनाई। रहाऊ तिसे प्रापत जिस धुर लिखिया। सोई पूरन पाई। नानक की बेनंती प्रभु जी। नाम रहा लिवलाई। तिसे प्रापत जिस धुर लिखिया। सोई पूरन पाई। नानक की बेनंती प्रभु जी। नाम रहा लिवलाई। वाहिगुरु जी का खालसा वाहिगुरु जी की फतेह। दीन दुनिया दे मालक सर्ब प्रतपालक गुरगद्दी ते सुभाए मान प्रकाशमान धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਨਿੱਘੀ ਗੋਦ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਤ ਸੰਗਤ ਜੀਓ। ਅਤਿਅੰਤ ਵੱਡੇ ਭਾਗ ਅਸਾਂ ਜੀਵਾਂ ਦੇ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਦਰ ਤੇ ਪਹੁੰਚ ਕਰਕੇ ਜਿੱਥੇ ਤਨ ਦਾ ਇਸ਼ਨਾਨ ਕੀਤਾ, ਉਤੇ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਬਾਣੀ ਅੰਮ੍ਰਿਤ ਰਸ ਰਾਹੀਂ ਇਸ ਮਨ ਦੇ ਇਸ਼ਨਾਨ ਨੂੰ ਵੀ ਕਰਵਾਉਣਾ ਕਰਾ ਰਹੇ ਹਾਂ। ਇਹ ਸੁਭਾਗ ਗੁਰੂ ਕੇ ਪਿਆਰ ਵਾਲਿਓ ਵੱਡਿਆਂ ਭਾਗਾਂ ਦੇ ਨਾਲ ਮਿਲਦਾ ਹੈ। ਗੁਰੂ ਦਾ ਦੁਆਰ, ਗੁਰੂ ਦਾ ਦਰ ਪ੍ਰਾਪਤ ਹੋਣਾ ਤੇ ਸਭ ਤੋਂ ਸ੍ਰੇਸ਼ਟ ਉੱਤਮ ਗੁਰੂ ਦੀ ਸੰਗਤ ਪ੍ਰਾਪਤ ਹੋਣੀ। ਗੁਰੂ ਦੀ ਸੰਗਤ ਤੇ ਸੰਗਤ ਵਿੱਚ ਬੈਠ ਕਰਕੇ ਹਰੀ ਪਰਮੇਸ਼ਰ ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਪਿਆ, ਅੰਮ੍ਰਿਤ ਹਰਿ ਕਾ ਨਾਮ ਤਿੰਨੀ ਜਨੇ ਜਪ ਲਿਆ। ਅੰਮ੍ਰਿਤ ਹਰਿ ਕਾ ਨਾਮ, ਜਿਨ੍ਹਾਂ ਤੇ ਦਇਆ ਕੀਤੀ ਮੇਰੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੇ, ਆਪਣੇ ਦਰ ਆਪਣੇ ਘਰ ਅੰਦਰੋਂ ਆਪਣੇ ਮੁਖਾਰ ਬਿੰਦ ਤੋਂ ਮੇਰੇ ਸਤਿਗੁਰੂ ਜੀ ਨੇ ਹੁਕਮ ਬਖਸ਼ਿਸ਼ ਕੀਤੇ। ਤੇ ਸਤ ਸੰਗੀ ਜਨੋ, ਸੁਭਾਗ ਪ੍ਰਾਪਤ ਹੋ ਗਿਆ ਕਿ ਉਹਨਾਂ ਹੁਕਮਾਂ ਦੀ ਵਿਚਾਰ ਦੇ ਨਾਲ, ਹੁਕਮਾਂ ਨੂੰ ਸਮਝਣ ਦੇ ਲਈ ਮਿਲ ਕਰਕੇ ਬੈਠ ਕਰਕੇ ਗੁਰ ਸ਼ਬਦ ਦੀ ਵਿਚਾਰ ਕਰ ਲਈਏ। ਸਤ ਸੰਗੀ ਜਨੋ, ਜਿਨ੍ਹਾਂ ਤੇ ਪ੍ਰਮਾਤਮਾ ਦਇਆ ਕਰਦਾ ਹੈ ਨਾ, ਉਹਨਾਂ ਨੂੰ ਇਹ ਸਮਾਂ ਪ੍ਰਾਪਤ ਹੁੰਦਾ ਹੈ। ਇਸ ਦਾ ਭਾਵ ਹੀ ਇਹ ਹੈ ਕਿ ਅਸੀਂ ਗੁਰੂ ਦੀ ਸੰਗਤ ਵਿੱਚ ਬੈਠੇ ਹਾਂ, ਗੁਰੂ ਦੇ ਦੁਆਰ ਤੇ ਬੈਠੇ ਹਾਂ, ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਬੈਠੇ ਹਾਂ ਤੇ ਉਸ ਦਰ ਤੋਂ ਆਈ ਆਵਾਜ਼, ਆਇਆ ਹੁਕਮ, ਆਇਆ ਫਰਮਾਨ ਵਿਚਾਰ ਰਹੇ ਹਾਂ। ਤੇ ਸਾਡੇ ਕਿੱਡੇ ਵੱਡੇ ਭਾਗ ਨੇ, ਕਿੱਡੇ ਵੱਡੇ ਭਾਗ ਨੇ, ਸਾਨੂੰ ਇਹ ਸਮਾਂ ਮਿਲਿਆ। ਤੇ ਸਤ ਸੰਗੀ ਜਨੋ, ਇਹ ਜਿਹੜੀ ਸੰਗਤ ਆ ਨਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹਨੂੰ ਸੰਗਤ ਪ੍ਰਾਪਤ ਹੋ ਗਈ ਉਹ ਤਰ ਜਾਂਦਾ ਹੈ, ਉਹਦਾ ਜੰਮਣ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ। ਉਹਨੂੰ ਗੁਰੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ, ਸੁੱਕੇ ਹਰੇ ਹੋ ਜਾਂਦੇ ਨੇ। ਤੇ ਗੁਰੂ ਕੇ ਪਿਆਰ ਵਾਲਿਓ, ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਸੋਰਠ ਰਾਗ ਦੇ ਅੰਦਰ ਪਾਵਨ ਅੰਗ 630 ਤੇ ਸੁਭਾਏ ਮਾਨ ਇਹ ਹੁਕਮ ਨੇ। ਆਪ ਜੀਆਂ ਨੇ ਸਰਵਣ ਕੀਤੇ ਨੇ। ਸਤਿਗੁਰ ਜੀ ਅੱਜ ਉਸ ਮਾਲਕ, ਉਸ ਦਾਤੇ ਦੀ ਗੱਲ ਕਰ ਰਹੇ ਨੇ। ਦਾਤੇ ਤਾਂ ਸਤ ਸੰਗੀ ਜਨੋਂ ਬੜੇ ਨੇ, ਦੇਣ ਵਾਲੇ ਸੰਸਾਰ ਦੇ ਅੰਦਰ ਬੜੇ ਨੇ। ਕੋਈ ਧਨ ਦਿੰਦਾ ਹੈ, ਕੋਈ ਭੋਜਨ ਦਿੰਦਾ ਹੈ, ਕੋਈ ਤਨ ਤੇ ਪਾਉਣ ਲਈ ਕੱਪੜੇ ਦਿੰਦਾ ਹੈ। ਤੇ ਸਤ ਸੰਗੀ ਜਨੋਂ, ਜਿੱਥੇ ਦਾਤੇ ਨੇ ਨਾ ਦੇਣ ਵਾਲੇ, ਉੱਥੇ ਮੰਗਤੇ ਵੀ ਨੇ। ਮੰਗਣ ਵਾਲਾ ਕੋਈ ਚਾਂਦੀ ਮੰਗਦਾ ਹੈ, ਕੋਈ ਸੋਨਾ ਮੰਗਦਾ ਹੈ, ਤੇ ਕੁਝ ਤਾਂ ਲੋਹਾ ਹੀ ਮੰਗੀ ਜਾਂਦੇ ਨੇ। ਮੰਗਣ ਵਾਲੇ ਵੀ ਬਹੁਤ ਨੇ। ਪਰ ਸਤਿਗੁਰੂ ਜੀ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਇੱਕੋ ਹੀ ਦਾਤਾ ਏ ਜਿਹੜਾ ਸਭਨਾ ਜੀਆਂ ਨੂੰ, ਸਭਨਾ ਨੂੰ ਦਾਤਾਂ ਦੇਣ ਵਾਲਾ ਹੈ। ਸੋ ਮੈਂ ਵਿਸਰ ਨਾ ਜਾਏ, ਉਹ ਵਿਸਰੇ ਨਾ, ਉਹ ਭੁੱਲੇ ਨਾ। ਸਤ ਸੰਗੀ ਜਣੋ, ਮੇਰੇ ਸਤਿਗੁਰੂ ਦੇ ਦਾਤੇ ਨੇ। ਤੇ ਇਹ ਐਸਾ ਦਾਤਾ ਨਹੀਂ, ਸੰਸਾਰ ਦੇ ਵਿੱਚੋਂ ਕਿਸੇ ਕੋ ਮੰਗਾਂਗੇ ਨਾ ਆਪਾਂ,
ਤੇ ਉਹਦੇ ਕੋਲੋਂ ਇੱਕ ਵਸਤ ਪ੍ਰਾਪਤ ਹੋਵੇਗੀ, ਦੋ ਵਸਤਾਂ ਪ੍ਰਾਪਤ ਹੋਣਗੀਆਂ, ਤਿੰਨ ਹੋ ਜਾਣਗੀਆਂ। ਤੇ ਜੇ ਕਿਤੇ ਉਹਨੇ ਕੁਝ ਦੇ ਵੀ ਦਿੱਤਾ ਤੇ ਦਿੱਤਾ ਹੋਇਆ ਉਹਦਾ ਦਾਨ ਪ੍ਰਫੁੱਲਤ ਹੋ ਗਿਆ। ਪ੍ਰਫੁੱਲਤ ਭਾਵ ਜਿਹਨੂੰ ਮਿਲਿਆ ਉਹ ਤਰੱਕੀ ਕਰ ਗਿਆ। ਹੁਣ ਜਦੋਂ ਉਹ ਤਰੱਕੀ ਕਰ ਜਾਵੇਗਾ ਤੇ ਜਿਹਨੇ ਦਿੱਤਾ ਹੈ ਨਾ, ਜਿਹਨੇ ਧਨ ਦਿੱਤਾ, ਭਾਵੇਂ ਉਹਨੇ ਭੋਜਨ ਦਿੱਤਾ, ਤੇ ਉਹ ਕਿਤੇ ਨਾ ਕਿਤੇ ਮਨ ਵਿੱਚ ਹਿਰਖ ਕਰੇਗਾ, ਰੋਸ ਕਰੇਗਾ ਵੀ ਮੈਂ ਜੇ ਇਹਨੂੰ ਨਾ ਦਿੰਦਾ ਨਾ, ਇਹ ਇੰਜ ਨਹੀਂ ਸੀ ਹੋਣਾ, ਇਹਦੀ ਤਰੱਕੀ ਨਹੀਂ ਸੀ ਹੋਣੀ, ਮੈਂ ਦਿੱਤਾ ਹੈ। ਪਰ ਸਤ ਸੰਗੀ ਜਣੋ, ਪਤਾ ਨਹੀਂ ਕਿਦੋਂ ਤੋਂ ਲੈ ਕੇ ਕਿਦੋਂ ਤੱਕ ਅਸੀਂ ਮੰਗਦੇ ਆ ਰਹੇ ਹਾਂ, ਉਹ ਦਿੰਦਾ ਆ ਰਿਹਾ ਹੈ। ਅਸੀਂ ਤਰੱਕੀਆਂ ਕਰ ਰਹੇ ਹਾਂ, ਮਹਿਲ ਮਾੜੀਆਂ, ਡੰਬਰ, ਕਾਰੋਬਾਰ, ਪਰਿਵਾਰ ਸਾਡਾ ਪ੍ਰਫੁੱਲਤ ਹੋ ਰਿਹਾ ਹੈ। ਪਰ ਸਤ ਸੰਗੀ ਜਿਹਨੂੰ ਕਦੀ ਮਾਲਕ ਨੇ ਹਿਰਖ ਨਹੀਂ ਕੀਤਾ, ਰੋਸ ਨਹੀਂ ਕੀਤਾ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾ ਹੈ। ਉਹਦੀ ਵਡਿਆਈ ਹੀ ਇਹ ਹੈ, ਉਹ ਦੇ ਕੇ ਪਛਤਾਉਂਦਾ ਨਹੀਂ। ਸੰਸਾਰੀ ਲੋਕ ਪਛਤਾ ਜਾਂਦੇ ਨੇ, ਘਬਰਾ ਜਾਂਦੇ ਨੇ, ਪਰ ਪਰਮਾਤਮਾ ਹੈ ਜੋ ਸਭ ਕੁਝ ਦਿੰਦਾ ਹੈ। ਸਭ ਕੁਝ ਐਸਾ ਦਾਤਾ ਹੈ ਜਿਹਦੇ ਕੋਲ ਸਭ ਕੁਝ ਹੈ, ਪਰ ਮੰਗਣ ਦੀ ਜਾਚ ਹੋਵੇ, ਮੰਗਣ ਦੀ ਜਾਚ ਹੋਵੇ। ਹੁਣ ਸਤ ਸੰਗੀ ਜਿਹਨੂੰ ਪਾਰਸ ਦੀ ਵੱਟੀ ਸਾਹਮਣੇ ਹੋਵੇ, ਦੇਣ ਵਾਲਾ ਸ਼ਾਹੂਕਾਰ ਸਾਹਮਣੇ ਹੋਵੇ, ਤੇ ਮੰਗਣ ਵਾਲਾ ਕਵੇ ਸ਼ਾਹੂਕਾਰ ਨੂੰ, ਜੀ ਮੈਨੂੰ ਚਾਂਦੀ ਦੇ ਦਿਓ, ਮੈਨੂੰ ਪਿੱਤਲ ਦੇ ਦਿਓ, ਮੈਨੂੰ ਸੋਨਾ ਦੇ ਦਿਓ। ਤੇ ਜਿਹਨੂੰ ਸੋਝੀ ਆ ਗਈ, ਜਿਹਨੂੰ ਗਿਆਨ ਆ ਗਈ, ਉਹਨੇ ਪਤਾ ਕੀ ਕਹਿਣਾ ਹੈ, ਸ਼ਾਹੂਕਾਰ ਜੀ ਜੇ ਕੁਝ ਦੇਣਾ ਹੀ ਆ ਨਾ, ਇੱਕੋ ਵਾਰੀ ਮੇਰੀ ਕੰਗਾਲੀ ਖਤਮ ਕਰ ਦਿਓ। ਆ ਜਿਹੜੀ ਵੱਟੀ ਹੈ ਨਾ ਪਾਰਸ ਦੀ, ਇਹ ਦੇ ਦਿਓ। ਕਿਉਂ? ਕਿਉਂਕਿ ਇਹ ਵੱਟੀ ਉਹ ਵੱਟੀ ਹੈ ਜਿਸ ਨੂੰ ਵੀ ਸੁਹਾ ਦਿੱਤੀ ਗਈ, ਉਹ ਭਾਵੇਂ ਪਿੱਤਲ ਆ, ਉਹ ਚਾਂਦੀ ਆ, ਉਹ ਸੋਨਾ ਆ, ਉਹ ਕਹਿ ਆ, ਉਸਨੇ ਕੰਚਨ ਸੋਨਾ ਬਣ ਜਾਣਾ ਹੈ। ਤੇ ਸਤ ਸੰਗੀ ਜਨੋ, ਗੁਰੂ ਸ਼ਬਦ ਪਾਰਸ ਦੀ ਨਿਆਈ ਹੈ। ਇਸ ਨੂੰ ਜਿਹੜਾ ਛੂ ਗਿਆ ਉਹੀ ਕੰਚਨ ਹੋਇਆ ਹੈ। ਗੁਰ ਪਾਰਸ ਅਮਲੋ ਮਿਲ ਕੰਚਨ ਹੋਆ ਰਾਮ। ਜਿਹੜੇ ਮਿਲ ਗਏ, ਪਰ ਹੋਇਆ ਕਿ ਇੱਕ ਵਾਰ ਮੰਗਣ ਵਾਲੇ ਨੇ ਪਾਸ ਦੀ ਵੱਟੀ ਵੀ ਮੰਗ ਲਈ। ਕਿਉਂਕਿ ਗਿਆਨ ਨਾ ਜਿੰਨੀ ਦੇਰ ਹੋਵੇ, ਗੁਰੂ ਦੀ ਮੱਤ ਨਾ ਜਿੰਨੀ ਦੇਰ ਹੋਵੇ, ਕਈ ਵਾਰੀ ਮੰਗੀ ਹੋਈ ਵਸਤੋਂ ਵੀ ਆਪਾਂ ਲਾਹਾ ਨਹੀਂ ਲੈ ਸਕਦੇ। ਦਾਤ ਮੰਗ ਲਈ ਸਿੱਖੀ ਦੀ, ਅੰਮ੍ਰਿਤ ਧਾਰੀ ਵੀ ਹੋ ਗਏ, ਮੰਗ ਲਈ, ਦਾਤ ਲੈ ਲਈ, ਪਰ ਉਸ ਦਾਤ ਨੂੰ ਸੰਭਾਲਿਆ ਨਹੀਂ, ਵਰਤਿਆ ਨਹੀਂ, ਦੇਖਿਆ ਨਹੀਂ ਇਹ ਦਾਤ ਕਿੰਨੀ ਵੱਡੀ ਦਾਤ ਹੈ। ਸਤ ਸੰਗੀ ਜਨੋ, ਸ਼ਾਹੂਕਾਰ ਕੋ ਇੱਕ ਮੰਗਣ ਵਾਲੇ ਨੇ ਵੱਟੀ ਮੰਗੀ ਏ, ਉਹ ਵੱਟੀ ਬੜੀ ਕੀਮਤੀ, ਉਸਨੇ ਕੀਮਤੀ ਇੱਕ ਰੁਮਾਲ ਲਿਆ। ਕੀਮਤੀ ਰੁਮਾਲ ਨੂੰ ਲਪੇਟ ਕੇ ਉਸ ਵੱਟੀ ਨੂੰ ਨਾ ਆਪਣੀ ਤਿਜੋਰੀ ਦੇ ਵਿੱਚ ਰੱਖ ਦਿੱਤਾ। ਤੇ ਉਸ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਇਸ ਦੇ ਨਾਲ ਚਾਂਦੀ, ਪਿੱਤਲ, ਲੋਹਾ, ਕੈਂ ਜਿਹੜਾ ਵੀ ਇਹਦੇ ਨਾਲ ਹੋਵੇਗਾ ਉਹ ਕੰਚਨ ਬਣ ਜਾਵੇਗਾ, ਸੋਨਾ ਬਣ ਜਾਵੇਗਾ। ਉਸਨੇ ਇਕੱਤਰ ਕੀਤਾ, ਚਾਂਦੀ ਇਕੱਤਰ ਕੀਤੀ, ਕੈਂ ਇਕੱਤਰ ਕੀਤਾ, ਲੋਹਾ ਇਕੱਤਰ ਕੀਤਾ, ਇੱਕ ਪੋਟਲੀ ਬਣਾਈ। ਬਣਾ ਕੇ ਪੋਟਲੀ ਗੁਰੂ ਕੇ ਪਿਆਰ ਵਾਲਿਓ ਉਸ ਤਿਜੋਰੀ ਵਿੱਚ ਰੱਖ ਦਿੱਤੀ ਤੇ ਸਮੇਂ ਦੀ ਉਡੀਕ ਕਰਨ ਲੱਗ ਪਿਆ। ਸਮੇਂ ਦੀ ਉਡੀਕ ਕਰਨ ਲੱਗ ਪਿਆ ਵੀ ਸਮਾਂ ਆਵੇਗਾ, ਇਹ ਪੋਟਲੀ ਮੈਂ ਕੱਢਾਂਗਾ ਤੇ ਸਾਰਾ ਜਿੰਨਾ ਕੈਂ, ਲੋਹਾ, ਪਿੱਤਲ, ਚਾਂਦੀ, ਇਹ ਸਾਰਾ ਸੋਨਾ ਬਣ ਜਾਵੇਗਾ। ਆਸ ਹੈ ਨਾ, ਇੱਛਾ ਹੈ। ਹੁਣ ਸਤ ਸੰਗੀ ਜਨੋ, ਕੁਝ ਸਮਾਂ ਪਾ ਕੇ ਉਸਨੇ ਤਿਜੋਰੀ ਖੋਲੀ
ਖੋਲ ਕੇ ਜਦੋਂ ਆਪਣੀ ਪੋਟਲੀ ਖੋਲਦਾ ਕੀ ਦੇਖਦਾ ਹੈ? ਚਾਂਦੀ ਚਾਂਦੀ ਹੀ ਹੈ, ਪਿੱਤਲ ਪਿੱਤਲ ਹੀ ਹੈ, ਲੋਹਾ ਲੋਹਾ ਹੀ ਹੈ, ਕੋਈ ਕੰਚਨ ਨਹੀਂ ਹੋਇਆ, ਕੋਈ ਕੰਚਨ ਨਹੀਂ ਹੋਇਆ। ਮਨ ਵਿੱਚ ਖਿਆਲ ਆ ਗਿਆ ਕਿਤੇ ਵੱਟੀ ਗਲਤ ਤਾਂ ਨਹੀਂ, ਕਿਤੇ ਇਹ ਨਕਲੀ ਤਾਂ ਨਹੀਂ, ਪਰ ਵੱਟੀ ਬਿਲਕੁਲ ਅਸਲੀ ਇਹ ਕੰਮ ਕਰਦੀ ਹੈ। ਫਿਰ ਇਸ ਨੇ ਆਪਣਾ ਕਾਰਜ ਕਿਉਂ ਨਹੀਂ ਕੀਤਾ? ਉਹ ਕੀ ਕਾਰਨ ਹੈ ਕਿ ਇਹ ਪਿੱਤਲ ਦਾ ਪਿੱਤਲ ਰਹਿ ਗਿਆ, ਚਾਂਦੀ ਦੀ ਚਾਂਦੀ ਰਹਿ ਗਈ, ਕਹਿ ਦਾ ਕਹਿ ਰਹਿ ਗਿਆ? ਇਸ ਦਾ ਕਾਰਨ ਕੀ ਹੈ? ਹੁਣ ਜਿੱਥੋਂ ਵੱਟੀ ਲੈ ਕੇ ਆਇਆ ਇਸ ਨੇ ਉਸ ਕੋਲ ਆ ਗਿਆ, ਪੁੱਛਣ ਲੱਗਾ, ਸ਼ਾਹੂਕਾਰ ਜੀ ਮੈਨੂੰ ਤਾਂ ਬੜੇ ਦਿਨ ਹੋ ਗਏ ਆ ਕਾਰਜ ਕੀਤਿਆਂ, ਪਰ ਕੁਝ ਨਹੀਂ ਹੋਇਆ, ਕੰਚਨ ਤਾਂ ਕੁਝ ਹੋਇਆ ਹੀ ਨਹੀਂ। ਕੀ ਕੀਤਾ ਸੀ ਭਲਿਆ? ਕਹਿੰਦਾ ਵੱਟੀ ਰੁਮਾਲ ਵਿੱਚ ਲਪੇਟ ਕੇ, ਮਖਮਲ ਦੇ ਰੁਮਾਲ ਵਿੱਚ, ਸੋਹਣੇ ਰੁਮਾਲ ਵਿੱਚ ਲਪੇਟ ਕੇ ਮੈਂ ਰੱਖ ਦਿੱਤੀ ਤਿਜੋਰੀ ਦੇ ਵਿੱਚ, ਨਾਲ ਹੀ ਕੁਝ ਚਾਂਦੀ, ਕੁਝ ਪਿੱਤਲ, ਕੁਝ ਕਹਿ ਰੱਖ ਦਿੱਤਾ ਕਿ ਸੋਹਣਾ ਬਣ ਜਾਵੇਗਾ, ਪਰ ਬਣਿਆ ਨਹੀਂ। ਕਹਿਣ ਲੱਗੇ ਇੱਥੇ ਹੀ ਤੂੰ ਭੁੱਲ ਕਰ ਗਿਆ ਹੈ, ਇੱਥੇ ਹੀ ਤੂੰ ਭੁੱਲ ਕਰ ਗਿਆ ਹੈ। ਇਹ ਵੱਟੀ ਦਾ ਉਸ ਦੇ ਨਾਲ ਛੂਹਣਾ ਬੜਾ ਜ਼ਰੂਰੀ ਸੀ, ਉਹਦੇ ਨਾਲ ਸੁਹਾਉਣਾ ਬੜਾ ਜ਼ਰੂਰੀ ਸੀ। ਜੇ ਵੱਟੀ ਤੂੰ ਉਸ ਪਿੱਤਲ ਦੇ ਨਾਲ ਸੁਹਾ ਦਿੰਦਾ, ਕਹਿਣ ਨਾਲ ਸੁਹਾ ਦਿੰਦਾ, ਚਾਂਦੀ ਦੇ ਨਾਲ ਸੁਹਾ ਦਿੰਦਾ, ਉਹਦੇ ਵਿੱਚ ਰੱਖਦਾ, ਉਹਦੇ ਚ ਲੀਨ ਕਰ ਦਿੰਦਾ, ਤੇ ਉਹ ਕੰਚਨ ਹੋ ਜਾਣਾ ਸੀ। ਤੇ ਸਤ ਸੰਗੀ ਜਨੋ ਫਰਕ ਇੱਥੇ ਸਾਡੇ ਵੀ ਮਨਾਂ ਦਾ, ਸਾਡੇ ਵੀ ਜੀਵਨ ਦਾ ਇੱਥੇ ਇੰਨਾ ਹੀ ਹੈ। ਅਸੀਂ ਸ਼ਬਦ ਦੇ ਨੇੜੇ ਤਾਂ ਹਾਂ, ਕੋਲ ਤਾਂ ਹਾਂ, ਪਰ ਆਪਣੇ ਹਿਰਦੇ ਨੂੰ ਸ਼ਬਦ ਦੇ ਨਾਲ ਛਹਾਉਂਦੇ ਨਹੀਂ, ਛਹਾਉਂਦੇ ਨਹੀਂ। ਜਿੱਦਨ ਇਹ ਹਿਰਦਾ, ਜਿੱਦਨ ਇਹ ਮਨ ਉਸ ਦਾਤੇ ਦੇ ਸ਼ਬਦ ਦੇ ਨਾਲ ਛੂਹ ਗਿਆ ਨਾ, ਉਦੋਂ ਹੀ ਸਤ ਸੰਗੀ ਜਨੋ ਭਾਵੇਂ ਇਹ ਲੋਹਾ ਜਿਹੜਾ ਜਨਮਾਂ ਜਨਮਾਂਤਰਾਂ ਦਾ ਕਾਲਾ ਹੋਇਆ ਪਿਆ ਏ, ਜੰਗਾਲਿਆ ਪਿਆ ਏ, ਇਹ ਕੰਚਨ ਹੋ ਜਾਵੇਗਾ। ਬੋਲੋ ਸਤਨਾਮ ਸ੍ਰੀ, ਕੰਚਨ ਹੋ ਜਾਵੇਗਾ, ਕਿਉਂਕਿ ਉਹ ਮਾਲਕ ਦਾਤਾ ਏ। ਫਿਰ ਦਾਤਾ ਇੱਕ ਦਾਤ ਦਾ ਨਹੀਂ, ਸਾਰਿਆਂ ਸੁੱਖਾਂ ਦਾ ਦਾਤਾ ਹੈ, ਸਾਰਿਆਂ ਸੁੱਖਾਂ ਦਾ। ਅਸੀਂ ਘਰ ਤੋਂ ਨਿਕਲਦੇ ਆ ਨਾ, ਅਰਦਾਸ ਕਰਦੇ ਆ, ਕਾਰੋਬਾਰ ਤੇ ਜਾਂਦੇ ਆ, ਅਰਦਾਸ ਕਰਦੇ ਆ, ਕਿਸ ਵਾਸਤੇ? ਕੇਵਲ ਤੇ ਕੇਵਲ ਸੁੱਖ ਮੰਗਦੇ ਆ, ਸੁੱਖ। ਕਦੀ ਆਪਾਂ ਅਰਦਾਸ ਨਹੀਂ ਕੀਤੀ ਵੀ ਸਾਨੂੰ ਦੁੱਖ ਮਿਲ ਜਾਣ, ਸਾਡੀ ਝੋਲੀ 'ਚ ਦੁੱਖ ਪੈ ਜਾਣ, ਨਾ। ਅਸੀਂ ਕਹਿੰਦੇ ਮਾਲਕਾ ਸਾਡੇ ਦੁੱਖ ਦੂਰ ਹੋ ਜਾਣ ਤੇ ਸੁੱਖ ਮਿਲ ਜਾਣ। ਪਰ ਸਤ ਸੰਗੀ ਜਨੋ, ਜਦੋਂ ਸਤਿਗੁਰੂ ਕਿਰਪਾ ਕਰਨਗੇ, ਰਹਿਮਤ ਕਰਨਗੇ, ਜਦੋਂ ਅਸੀਂ ਸਰਬ ਸੁੱਖਾਂ ਦੇ ਦਾਤੇ ਦੇ ਚਰਨਾਂ ਵਿੱਚ ਆ ਕੇ ਅਰਜ਼ੋਈ ਕਰਾਂਗੇ, ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਸਾਹਿਬ ਕੀ ਕਹਿੰਦੇ ਨੇ, ਆਓ ਵਿਚਾਰ ਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਮਹੱਲਾ ਪੰਜਵਾ, ਭਾਵ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਖਾਰ ਬਿੰਦ ਤੋਂ ਉਚਾਰਨ ਕੀਤੀ ਇਹ ਬਾਣੀ। ਸਤਿਗੁਰੂ ਜੀ ਇਸ ਮਹੱਲੇ ਅੰਦਰ ਆਪਣੀ ਮੁਖਾਰ ਬਿੰਦ ਤੋਂ ਇਹਨਾਂ ਸ਼ਬਦਾਂ ਦੇ ਅੰਦਰ ਕੀ ਬਚਨ ਕਰਦੇ ਹਨ? ਸਰਬ ਸੁਖਾ ਕਾ ਦਾਤਾ ਸਤਿਗੁਰ। ਸਰਬ ਸੁਖਾਂ ਕਾ ਦਾਤਾ ਸਤਿਗੁਰੂ, ਸਾਰਿਆਂ ਸੁੱਖਾਂ ਦਾ ਦਾਤਾ, ਸਾਰਿਆਂ ਸੁੱਖਾਂ ਦਾ। ਇੰਨੇ ਸੁੱਖ ਨੇ ਨਾ ਇਸ ਘਰ ਦੇ ਵਿੱਚ ਸਤ ਸੰਗੀ ਜਨੋ, ਜੇ ਕਿਤੇ ਮੰਗ ਲਈਏ ਨਾ ਦਾਤੇ ਨੂੰ ਤੇ ਸਾਰੇ ਸੁੱਖ ਸਾਡੀ ਝੋਲੀ ਵਿੱਚ ਪੈ ਜਾਣਗੇ। ਪਰ ਅਸੀਂ ਆ ਕੇ ਅਰਦਾਸ ਕਰਦੇ ਆਂ, ਰਜੋਈ ਕਰਦੇ ਆਂ, ਪਰ ਸਾਡੀਆਂ ਮੰਗਾਂ ਕੁਝ ਹੋਰ ਨੇ। ਕੋਈ ਧੀ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਦੁੱਧ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਦੌਲਤ ਮੰਗਦਾ ਹੈ। ਇਹ ਦਾਤਾ ਹੈ, ਦਾਤਾ ਵੰਡਣ ਵਾਲਾ ਹੈ। ਜੋ ਮੰਗੇ ਠਾਕੁਰ ਆਪਣੇ ਤੇ
ਸੋਈ ਸੋਈ ਦੇਵੇ, ਦਿੰਦਾ ਹੈ। ਇਸ ਦਾ ਸੁਭਾਅ ਹੀ ਹੈ ਦੇਣਾ। ਇਹਨੇ ਖਾਲੀ ਨਾ ਕਿਸੇ ਨੂੰ ਮੋੜਿਆ ਹੈ ਅੱਜ ਤੱਕ, ਤੇ ਨਾ ਹੀ ਇਹਨੇ ਕਦੀ ਕਿਸੇ ਨੂੰ ਮੋੜਨਾ ਹੈ। ਦਿੰਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਈ ਖਾਏ। ਇਹ ਸੁੱਖਾਂ ਦਾ ਦਾਤਾ ਹੈ, ਸਰਬ ਸੁੱਖਾਂ ਦਾ ਦਾਤਾ। ਸਤਿਗੁਰੂ ਜੀ ਕਹਿੰਦੇ ਨੇ ਭਲਿਆ ਧਿਆਨ ਰੱਖ, ਐਸੇ ਸੁੱਖਾਂ ਦੇ ਦਾਤੇ ਨੂੰ ਮੰਗਣਾ ਕਰ, ਉਹਦੀ ਸ਼ਰਨ ਵਿੱਚ ਆਉਣਾ ਕਰ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ ਹੈ। ਤਾਕੀ ਸਰਣੀ ਪਾਈਐ, ਉਸ ਦੀ ਸ਼ਰਨ ਵਿੱਚ ਆ, ਉਸ ਦੀ ਸ਼ਰਨ ਵਿੱਚ ਆ। ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ। ਸ਼ਰਨ ਵਿੱਚ ਆ ਕੇ ਕਹਿਣਾ ਕਰ ਤੁਮਰੀ ਸਰਨ ਤੁਮਾਰੀ, ਆਸਾ ਤੁਮਹੀ ਸਜਨ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਕੋਲੇ। ਸ਼ਰਨ ਵਿੱਚ ਆਉਣਾ ਕਰ, ਕਿਉਂਕਿ ਸ਼ਰਨ ਵਿੱਚ ਜਦੋਂ ਆਵੇਗਾ ਨਾ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਸੁੱਖ ਹੀ ਚਾਹੁੰਦੇ ਆ ਨਾ ਆਪਾਂ, ਸਾਨੂੰ ਸੁੱਖ ਦੀ ਹੀ ਲੋੜ ਹੈ ਨਾ। ਜਦੋਂ ਸ਼ਰਨ ਵਿੱਚ ਆ ਜਾਵਾਂਗੇ ਸਤ ਸੰਗੀ ਜਨੋ, ਫਿਰ ਸੁੱਖ ਹੀ ਸੁੱਖ ਮਿਲਣਗੇ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਪਰਮਾਤਮਾ ਦੇ ਨਾਮ ਨੂੰ, ਸੁੱਖਾਂ ਦੇ ਦਾਤੇ ਨੂੰ ਜਿਸ ਨੇ ਹਿਰਦੇ ਵਿੱਚ ਵਸਾ ਲਿਆ, ਉਹਨੂੰ ਦਰ ਦਰ ਤੇ ਨਹੀਂ ਮੰਗਣਾ ਪਵੇਗਾ, ਉਹਨੂੰ ਦਰ ਦਰ ਤੇ ਨਹੀਂ ਮੰਗਣਾ ਪਵੇਗਾ, ਉਹਨੂੰ ਦਰ ਦਰ ਦਾ ਭਿਖਾਰੀ ਨਹੀਂ ਬਣਨਾ ਪਵੇਗਾ। ਉਹ ਇੱਕੋ ਹੀ ਦਰ ਦਾ ਜਦੋਂ ਹੋ ਗਿਆ, ਇਸ ਦਰ ਤੋਂ ਜਦੋਂ ਤੂੰ ਦਾਤ ਮੰਗ ਲਈ, ਤੇ ਸਤ ਸੰਗੀ ਜਿਹਨੂੰ ਮੰਗਣਾ ਕੀ ਹੈ? ਉਹ ਕਿਹੜਾ ਸੁੱਖ ਹੈ ਜਿਹੜੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ? ਉਹ ਸੁੱਖ ਹੈ ਗੁਰੂ ਕੇ ਪਿਆਰ ਵਾਲਿਓ। ਅਰਦਾਸ ਬੇਨਤੀ ਕਰਿਆ ਕਰੀਏ ਕਿ ਪ੍ਰਮਾਤਮਾ ਜੀ, ਪ੍ਰਭ ਜੀ, ਤੂੰ ਮੇਰੋ ਸੁਖ ਦਾਤਾ, ਤੂੰ ਮੇਰੇ ਸੁੱਖਾਂ ਦਾ ਦਾਤਾ ਹੈ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ। ਉਹ ਪੂਰਨ ਪੁਰਖ ਹੈ, ਵਿਦਾਤਾ ਹੈ, ਮਾਲਕ ਹੈ। ਸਾਡੇ ਬੰਧਨ ਕੱਟ ਦਿੰਦਾ ਹੈ, ਦੁੱਖ ਕੱਟ ਦਿੰਦਾ ਹੈ, ਸੁੱਖ ਸਾਡੀ ਝੋਲੀ ਵਿੱਚ ਪਾ ਦਿੰਦਾ ਜਦੋਂ ਅਸੀਂ ਉਸ ਦੀ ਸ਼ਰਨ ਵਿੱਚ ਆ ਜਾਂਦੇ ਹਾਂ। ਸਤ ਸੰਗੀ ਜਨੋ, ਸੁਖ ਪ੍ਰਾਪਤ ਹੋਇਆ ਉਸ ਵੇਲੇ ਜਦੋਂ ਬਾਬੇ ਬਕਾਲੇ ਦੀ ਧਰਤੀ ਤੇ ਮੇਰੇ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਭਗਤੀ ਵਿੱਚ, ਬੰਦਗੀ ਦੇ ਵਿੱਚ ਲੀਨ ਨੇ। ਹੁਣ ਸ਼ਰਨ ਦੇ ਵਿੱਚ ਆਇਆ ਮੱਖਣ ਸ਼ਾਹ ਲਵਾਣਾ। ਮੱਖਣ ਸ਼ਾਹ ਲਵਾਣੇ ਨੇ ਆ ਕਰਕੇ ਪੂਰਨ ਗੁਰੂ ਨੂੰ ਲੱਭਣ ਦਾ ਯਤਨ ਕੀਤਾ ਕਿ ਜਿਸ ਨੇ ਮੇਰੀ ਅਰਦਾਸ ਬੇਨਤੀ ਪ੍ਰਵਾਨ ਕੀਤੀ, ਜਿਸ ਨੇ ਮੈਨੂੰ ਸੁੱਖ ਦਿੱਤਾ, ਜਿਹੜਾ ਸਰਬ ਸੁੱਖਾਂ ਦਾ ਦਾਤਾ ਹੈ, ਉਹ ਮਿਲ ਜਾਵੇ। ਤੇ ਸਤ ਸੰਗੀ ਜਣੋ, ਬਹੁਤ ਗੁਰੂ ਬਣੀ ਬੈਠੇ ਸਨ ਉੱਥੇ, ਬਹੁਤ। ਕਈ ਮੰਜੀਆਂ ਲਾ ਕੇ ਬੈਠ ਗਏ, ਆਸਨ ਲਾ ਕੇ ਬੈਠ ਗਏ, ਪਰ ਕਿਤੋਂ ਵੀ ਅੰਤਰੀਵੀ ਸੁੱਖ ਜਿਹੜਾ ਸੀ ਨਾ, ਮੱਖਣ ਸ਼ਾਹ ਲਵਾਣੇ ਨੂੰ ਪ੍ਰਾਪਤ ਨਹੀਂ ਹੋਇਆ। ਭਾਲ ਕਰਦਾ ਹੈ, ਕਹਿੰਦਾ ਮੈਨੂੰ ਦਰਸ਼ਨ ਹੋਣ ਐਸੇ ਉਸ ਗੁਰੂ ਦੇ ਜੋ ਸਾਰਿਆਂ ਸੁੱਖਾਂ ਦਾ ਦਾਤਾ ਹੈ। ਤੇ ਸਤ ਸੰਗੀ ਜਣੋ, ਸਤਿਗੁਰੂ ਜੀ ਦੇ ਜਦੋਂ ਦਰਸ਼ਨ ਹੋਏ ਨਾ, ਤੇ ਫਿਰ ਨਿਹਾਲ 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 ਹੋ ਗਿਆ। ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ। ਗੁਰੂ ਸਾਹਿਬ ਜੀ ਨੇ ਬਹੁਤ ਰੋਕਿਆ ਵੀ ਭਾਈ ਰੁਕ ਜਾ, ਭਾਈ ਰੁਕ ਜਾ, ਪਰ ਕਹਿਣ ਲੱਗਾ ਨਹੀਂ ਸਤਿਗੁਰੂ ਜੀ,
ਲੁਕਾਈ ਬਾਹਰ ਤੜਫਦੀ ਪਈ ਏ। ਲੁਕਾਈ ਤੁਹਾਡੇ ਦਰਸ਼ਨਾਂ ਦੇ ਲਈ ਅਰਦਾਸਾਂ ਕਰਦੀ ਪਈ ਏ, ਤੁਹਾਡੇ ਦਰਸ਼ਨਾਂ ਨੂੰ ਲੋਚਦੀ ਪਈ ਏ। ਤੁਸੀਂ ਦਰਸ਼ਨ ਦੀਦਾਰ ਦੇਵੋ। ਬਹੁਤ ਝੂਠੇ ਅਧੂਰੇ ਕੱਚੇ ਗੁਰੂ ਬਣੀ ਬੈਠੇ ਨੇ। ਸੁੱਖ ਤੁਹਾਡੇ ਕੋਲ ਨੇ, ਤੁਸੀਂ ਸੁੱਖਾਂ ਦੇ ਦਾਤੇ ਹੋ, ਤੁਹਾਡੀ ਸ਼ਰਨ ਵਿੱਚ ਆਉਣਾ ਚਾਹੁੰਦੇ ਨੇ। ਇਸ ਕਰਕੇ ਪ੍ਰਗਟ ਹੋਵੋ। ਸਤਿਗੁਰਾਂ ਨੇ ਰੋਕਣ ਦਾ ਵੀ ਯਤਨ ਕੀਤਾ, ਪਰ ਮੱਖਣ ਸ਼ਾਹ ਲੁਬਾਣਾ ਰੁਕਿਆ ਨਹੀਂ, ਚੜ ਗਿਆ ਕੋਠੇ ਤੇ। ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਆਵਾਜ਼ਾਂ ਦਿੰਦਾ ਹੈ। ਕਿਉਂਕਿ ਸੁੱਖ ਪ੍ਰਾਪਤ ਹੋ ਗਿਆ, ਸ਼ਰਨ ਵਿੱਚ ਆਇਆ ਸੀ, ਅੰਤਰੀ ਵੀ ਸੁੱਖ ਪ੍ਰਾਪਤ ਹੋਇਆ। ਸਤ ਸੰਗੀ ਜਨੋ, ਤੇ ਜਦੋਂ ਅੰਤਰੀ ਵੀ ਸੁੱਖ ਪ੍ਰਾਪਤ ਹੋ ਜਾਵੇ ਨਾ, ਫਿਰ ਕਿਸੇ ਦੇ ਕਹਿਣ ਦੀ ਲੋੜ ਨਹੀਂ ਪੈਂਦੀ। ਫਿਰ ਮਨ ਵੀ ਝੁਕਦਾ ਏ, ਤਨ ਵੀ ਝੁਕਦਾ ਏ, ਸਿਰ ਵੀ ਝੁਕਦਾ ਏ ਉਸ ਦਾਤੇ ਦੇ ਚਰਨਾਂ ਦੇ ਵਿੱਚ, ਜਿਸ ਦਾਤੇ ਦੇ ਘਰ ਤੋਂ ਆਤਮਿਕ ਆਨੰਦ ਸੁੱਖ ਪ੍ਰਾਪਤ ਹੋਵੇ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ। ਧੰਦਾ ਕਰਤਿਆਂ ਨੇਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਸੁੱਖਾਂ ਦਾ ਦਾਤਾ ਇਸ ਮਾਇਆ ਵਿੱਚ ਤਾਂ ਤੂੰ ਲੀਨ ਹੋ ਗਿਆ ਹੈ। ਮਮਤਾ ਰੂਪੀ ਮਾਇਆ ਨੇ ਤੈਨੂੰ ਵਿਣ ਦੰਤਾਂ ਤੋਂ ਹੀ ਖਾਣ ਦਾ ਯਤਨ ਕੀਤਾ ਹੈ ਕਿ ਮੋਹਣੀ ਹੈ, ਪਰ ਤੂੰ ਸੁੱਖਾਂ ਦੇ ਦਾਤੇ ਨੂੰ ਮਨ ਵਿੱਚ ਵਸਾਇਆ ਹੀ ਨਹੀਂ। ਭਲਿਆ ਕਿਤੇ ਮੱਖਣ ਸ਼ਾਹ ਲਬਾਣੇ ਵਾਂਗੂ ਤੈਨੂੰ ਵੀ ਗੁਰੂ ਮਿਲ ਜਾਵੇ, ਤੇਰੇ ਅੰਦਰ ਵੀ ਖੇੜਾ ਆ ਜਾਵੇ, ਤੂੰ ਵੀ ਗੁਰੂ ਦੀ ਸ਼ਰਨ ਵਿੱਚ ਪੈ ਜਾਏ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਆ। ਦਰਸ਼ਨ ਭੇਟਤ ਹੋਤ ਆਨੰਦਾ। ਦਰਸ਼ਨ ਸਤ ਸੰਗੀ ਜਨੋ ਇੱਕ ਦਰਸ਼ਨ ਹੈ ਜਿਹੜੇ ਅਸੀਂ ਬਾਹਰੀ ਰੂਪ ਦੇ ਵਿੱਚ ਕਰਦੇ ਹਾਂ। ਨਮਸਕਾਰ ਕਰਨੀ ਗੁਰੂ ਸਾਹਿਬ ਜੀ ਨੂੰ, ਗੁਰੂ ਜੀ ਦੇ ਦਰਸ਼ਨ ਕਰਨੇ। ਪਰ ਇੱਕ ਦਰਸ਼ਨ ਉਹ ਨੇ ਜਿਹੜੇ ਸ਼ਬਦ ਦੀ ਵਿਚਾਰ ਦੁਆਰਾ ਗੁਰੂ ਦੀ ਵਿਚਾਰ ਦੇ ਕਰਦੇ ਆ। ਗੁਰੂ ਦੇ ਬੋਲਾਂ ਦੇ ਦਰਸ਼ਨ, ਗੁਰੂ ਜੀ ਕਹਿ ਕੀ ਰਹੇ ਨੇ, ਗੁਰੂ ਜੀ ਸਮਝਾ ਕੀ ਰਹੇ ਨੇ, ਉਹ ਦਰਸ਼ਨ। ਭਾਵਨਾ ਵਾਲੇ, ਪਿਆਰ ਵਾਲੇ ਇਹ ਵੀ ਦਰਸ਼ਨ ਕਰਦੇ ਨੇ, ਨਮਸਕਾਰ ਕਰਦੇ ਨੇ। ਪਰ ਜਿਨ੍ਹਾਂ ਨੂੰ ਸੋਝੀ ਆ ਗਈ, ਜਿਨ੍ਹਾਂ ਨੂੰ ਸਮਝ ਆ ਗਈ, ਉਹ ਸਤ ਸੰਗੀ ਜਣੋ ਫਿਰ ਗੁਰੂ ਦੇ ਦਰਸ਼ਨ ਸ਼ਬਦ ਦੀ ਵਿਚਾਰ ਵਿੱਚੋਂ ਕਰਦੇ ਨੇ। ਤੇ ਸ਼ਬਦ ਦੀ ਵਿਚਾਰ 'ਚ ਜਿਨ੍ਹਾਂ ਨੇ ਦਰਸ਼ਨ ਕੀਤਾ, ਜਿਨ੍ਹਾਂ ਨੂੰ ਮਿਲਾਪ ਹੋਇਆ, ਜਿਨ੍ਹਾਂ ਨੂੰ ਕੁਝ ਮਿਲਿਆ, ਦਰਸ਼ਨ ਭੇਟਤ ਹੋਤ ਆਨੰਦਾ, ਉਹ ਆਨੰਦਿਤ ਹੋ ਗਏ। ਆਨੰਦਿਤ ਆ ਤੁਸੀਂ ਸਤ ਸੰਗਤ ਕਰ ਰਹੇ ਹੋ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਏ ਹੋ, ਮਨ ਵਿੱਚ ਆਨੰਦ ਹੈ, ਖੁਸ਼ੀ ਹੈ, ਖੇੜਾ ਹੈ। ਸ਼ਬਦ ਰੂਪ ਦੇ ਵਿੱਚ ਇੱਕ ਸਰਗੁਣ ਰੂਪ ਤੇ ਇੱਕ ਨਿਰਗੁਣ ਰੂਪ, ਦੋਨਾਂ ਰੂਪਾਂ ਦੇ ਵਿੱਚ ਦਰਸ਼ਨ ਕਰਨ ਦਾ ਯਤਨ ਕਰ ਰਹੇ ਹਾਂ। ਹੁਣ ਮਨ ਦਰਸ਼ਨ ਕਰ ਰਿਹਾ ਹੈ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ। ਤੇ ਸਤ ਸੰਗੀ ਜਨੋ ਜਿੱਦਨ ਮਨ ਨੇ ਦਰਸ਼ਨ ਕਰ ਲਏ, ਉਦਨ ਫਿਰ ਆਨੰਦ ਹੀ ਆਨੰਦ ਹੈ, ਦੁੱਖਾਂ ਦਾ ਨਾਸ਼ ਹੀ ਨਾਸ਼ ਹੈ। ਦੁੱਖ ਗਿਆ ਹਰ ਗਈ ਹੈ। ਦੁੱਖ ਦੂਰ ਹੋ ਜਾਂਦੇ ਨੇ। ਦੁੱਖ ਰੋਗ ਕਾ ਡੇਰਾ ਭੰਨਾ। ਦੁੱਖ ਜਿਹੜੇ ਡੇਰਾ ਲਾ ਕੇ ਬੈਠੇ ਨੇ ਉਹ ਦੂਰ ਚਲੇ ਜਾਂਦੇ ਨੇ। ਕਿਦੋਂ? ਜਦੋਂ ਸਾਨੂੰ ਦਰਸ਼ਨ ਹੋ ਗਏ ਗੁਰੂ ਜੀ ਦੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮੇਰਾ ਜਿਹੜਾ ਕਰਮ ਹੈ ਨਾ ਪੂਰਨ ਹੋ ਜਾਵੇ। ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ, ਨਾਮ ਕਰ ਆਪਣੇ ਚਿਹਰੇ। ਆਪਣੇ
ਸੇਵਕ ਬਣਾ ਲੈ, ਨਾਮ ਦੀ ਦਾਤ ਦੇ ਦੇ। ਨਾਮ ਦੀ ਦਾਤ ਜਦੋਂ ਮੰਗਾਂਗੇ ਨਾ ਸਤ ਸੰਗੀ ਜਨੋ, ਫਿਰ ਸੁਭਾਵਕ ਹੀ ਅੰਤਰੀਵੀ ਅੰਦਰੋਂ ਇਹ ਆਵਾਜ਼ ਆਵੇਗੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਚੈ ਨਾਮ ਪਿਆਰੇ ਜੀਓ। ਪਤਾ ਲੱਗ ਗਿਆ, ਮੈਂ ਧੀ ਮੰਗਾ, ਪੁੱਤ ਮੰਗਾ, ਧਨ ਮੰਗਾ, ਕੁਝ ਨਹੀਂ ਰਹਿਣਾ, ਕੁਝ ਨਹੀਂ ਰਹਿਣਾ, ਕਿਸੇ ਨੇ ਸਾਥ ਨਹੀਂ ਦੇਣਾ। ਸਮਝ ਲੱਗ ਗਈ ਕਿ ਰੱਬ ਜੀ ਤੁਹਾਡਾ ਨਾਮ ਹੀ ਹੈ ਜਿਸ ਨੇ ਮੇਰਾ ਸੰਗੀ ਬਣਨਾ ਹੈ, ਜਿਸ ਨੇ ਮੇਰਾ ਸਾਥੀ ਬਣਨਾ ਹੈ, ਜਿਸ ਨੇ ਮੇਰੀ ਸਹਾਇਤਾ ਕਰਨੀ ਹੈ, ਤੁਹਾਡਾ ਨਾਮ ਹੀ ਹੈ। ਫਿਰ ਸਤ ਸੰਗੀ ਜਨੋ ਉਹ ਹਰੀ ਦੇ ਨਾਮ ਨੂੰ ਹੀ ਮੰਗਦੇ ਨੇ, ਹਰੀ ਦੇ ਨਾਮ ਨੂੰ ਹੀ ਗਾਉਣਾ ਕਰਦੇ ਨੇ, ਉਸ ਨੂੰ ਹੀ ਯਾਦ ਕਰਦੇ ਨੇ, ਉਸ ਦੇ ਹੀ ਦਰਸ਼ਨਾਂ ਦੀ ਲੋਚਨਾ ਆਪਣੇ ਮਨ ਵਿੱਚ ਰੱਖਦੇ ਨੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਏ। ਕਿਵੇਂ? ਬਿਲਪ ਕਰੈ ਚਾਤਰਕ ਕੀ ਨਿਆਈ। ਕਰਲਾਉਂਦਾ ਹੈ ਕਿ ਮੈਂ ਕਿਵੇਂ ਨਾ ਕਿਵੇਂ ਹੋਵਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਹੁੰਚ ਜਾਵਾਂ। ਮਨ ਕਰਦਾ ਹੈ ਨਾ, ਪਿਆਰ ਵਿੱਚ ਬੱਝੇ ਇੱਕ ਖਿੱਚ ਪੈਂਦੀ ਅੰਦਰੋਂ ਕਿ ਨਹੀਂ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਪਹੁੰਚਣਾ ਹੈ, ਗੁਰਬਾਣੀ ਕੀਰਤਨ ਸਰਵਣ ਕਰਨਾ ਹੈ। ਖਿੱਚ ਪੈਂਦੀ ਹੈ, ਕਿਉਂਕਿ ਖਿੱਚ ਉਦੋਂ ਹੀ ਪਵੇਗੀ ਜਦੋਂ ਸੋਝੀ ਆ ਗਈ, ਜਦੋਂ ਸਮਝ ਆ ਗਈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਾਈ। ਜਦੋਂ ਸਮਝ ਆ ਗਈ ਕਿ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਸਾਡੀ ਸਹਾਇਤਾ ਕਰੇਗਾ, ਤੇ ਇਸੇ ਲਈ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਉਸ ਹਰੀ ਦੇ ਨਾਮ ਨੂੰ, ਰਸ ਨੂੰ ਚਖਣਾ ਕਰੋ। ਹਰ ਰਸ ਪੀਵੋ ਭਾਈ, ਹਰ ਰਸ, ਹਰੀ ਦਾ ਰਸ ਪੀਵੋ ਭਾਈ। ਤੇ ਹਰੀ ਦਾ ਰਸ ਕਿਵੇਂ ਪੀਵਾਂਗੇ? ਸਤਿਗੁਰੂ ਜੀ ਕਹਿੰਦੇ ਨੇ ਤੇਰਾ ਮਨ ਨਾ ਤਪਤ ਰਿਹਾ ਹੈ, ਤਪ ਰਿਹਾ ਹੈ। ਅਸੀਂ ਸਾਰੇ ਹੀ ਆਪਣੇ ਹਿਰਦੇ ਅੰਦਰ ਝਾਤੀ ਮਾਰ ਲਈਏ, ਕਲ ਕਲੇਸ਼ ਦੁੱਖਾਂ ਦੇ ਨਾਲ, ਰੋਗਾਂ ਦੇ ਨਾਲ ਮਨ ਦੁਖੀ ਹੈ, ਮਨ ਦੁਖੀ ਹੈ। ਸੁੱਖ ਦੀ ਭਾਲ ਵਿੱਚ ਹਾਂ, ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਕਿਰਪਾ ਕਰ ਸਾਨੂੰ ਸੁੱਖ ਮਿਲ ਜਾਣ। ਪਰ ਸਤਿਗੁਰੂ ਜੀ ਕਹਿੰਦੇ ਭਲਿਆ ਸੁੱਖ ਕਦੋਂ ਪ੍ਰਾਪਤ ਹੋਣਾ ਹੈ? ਜਦੋਂ ਤੂੰ ਅੰਮ੍ਰਿਤ ਬਾਣੀ ਦੇ ਨਾਲ ਜੁੜ ਜਾਵੇਂਗਾ, ਅੰਮ੍ਰਿਤ ਰੂਪੀ ਰਸ ਨੂੰ ਚੱਖ ਲਵੇਂਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ, ਜਲਨ, ਜਲਨ ਕਿੱਥੇ ਹੈ? ਇਸ ਹਿਰਦੇ ਦੇ ਅੰਦਰ। ਜਲਨ ਬੁਝੀ ਸੀਤਲ ਹੋਏ ਮਨੁਆ, ਮਨੁਆ ਮਨ ਸੀਤਲ ਠੰਡਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨ ਪ੍ਰਾਪਤ ਹੋ ਗਏ, ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਏ। ਤੇ ਸਤਿਗੁਰੂ ਕਹਿੰਦੇ ਨੇ ਹਰ ਰਸ ਪੀਵੋ ਭਾਈ। ਭਾਈ ਹਰੀ ਦੇ ਰਸ ਨੂੰ ਪੀਣਾ ਕਰ, ਹਰੀ ਦੇ ਰਸ ਨੂੰ ਚਖਣਾ ਕਰ, ਅੰਮ੍ਰਿਤ ਨੂੰ ਚਖਣਾ ਕਰ। ਅੰਮ੍ਰਿਤ ਧਾਰੀ ਹੋ, ਅੰਮ੍ਰਿਤ ਧਾਰੀ। ਅੰਮ੍ਰਿਤ ਛਕ, ਪੰਜ ਕਕਾਰਾਂ ਦਾ ਧਾਰਨੀ ਬਣ, ਮਰਿਆਦਾ ਦੀ ਪਾਲਣਾ ਕਰ, ਤੇ ਫਿਰ ਅੰਮ੍ਰਿਤ ਧਾਰੀ ਹੋ। ਅੰਮ੍ਰਿਤ ਛਕਣਾ, ਮਰਿਆਦਾ ਦੀ ਪਾਲਣਾ ਕਰਨੀ, ਤੇ ਫਿਰ ਤੂੰ ਅੰਮ੍ਰਿਤ ਧਾਰੀ ਏ। ਇੱਕ ਭਾਵ ਕਿ ਤੂੰ ਅੰਮ੍ਰਿਤ ਹੁਣ ਧਾਰਨ ਕਰ ਲਿਆ ਏ। ਤੇਰੇ ਅੰਦਰ ਅੰਮ੍ਰਿਤ ਤੇ ਦਿੱਤੇ ਪੰਜ ਘੁੱਟ, ਪੰਜ ਗੁਣ ਮੌਜੂਦ ਨੇ, ਪੰਜਾਂ ਦੁਆਰਾ ਦਿੱਤੇ ਗਏ ਗੁਣ ਮੌਜੂਦ ਨੇ। ਦਇਆ, ਧਰਮ, ਹਿੰਮਤ,
मोहकम साहिब तेरे अंदर मौजूद है। जे तेरे को दिया है ते तू धर्मी जरूर होवेगा, जे तेरे को धर्म है ते तू हिम्मती जरूर होवेगा। तो जे तेरे को हिम्मत है ना, फिर दृढ़ता भी तेरे को पूरी होवेगी, दृढ़ता भी तेरे को पूरी होवेगी। तो जिथे दया है, जिथे धर्म है, जिथे हिम्मत है, जिथे दृढ़ता है, उथे साहिब दा वासा है, उथे साहिब दा वासा है। इसलिए मेरे सतगुरु जी कहते तू अमृत धारी हो, रस नूं पीना कर। ते जेड़े रस नहीं पींदे, हरि दे रस नूं चखदे नहीं ना, मेरे संगत नहीं करते, सत संगत विच नहीं आउंदे, बाणी नहीं पढ़ते, उन्हां बाबत भी मेरे सतगुरु कहंदे जिन हर 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 रस नाम ना पाया ते भागहीन जम पास। हुण विचार आप कर लईए। बाणी रोज आपां पढ़दे हां, सोदर रह राज साहिब जी दे शब्द ने, जिन हर 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 रस नाम ना पाया ते भागहीन जम पास। जो सतगुर सरन संगत नहीं आए त्रिग जीव है, त्रिग जी वास। फटकार तो एक ही नहीं मान होंदी गुरु के प्यार वाले हो। कोई फटकार पा देवे ना ते असीं कहने इन्हें फटकार क्यों पाई। ये तो फटकार की जिहड़ी गल करे जिन्हों त्रिग किया गया है, कई फटकारां इकट्ठियां कर लईए ते एक त्रिग बनदा जे, एक त्रिग। कहने तेरा जीवन ते जीव रहा जिहड़ा जीवन है त्रिग है। क्यों? क्योंकि तू नाम नहीं जपिया, तू नाम नहीं जपिया, तो हरि दे रस नूं चखिया नहीं। इसलिए मेरे सतगुरु जी कहते ने हर रस पीवो भाई। नाम जपो नामो आराधो, गुरपूरे की सरनाई। पूरे गुरु दी शरण विच आके नाम नू जप ते नाम नू आराध। नाम ध्यान सुख फल पाएन, 8 पैर आराध है, 8 पैर। नाम नू ध्याना कर। जो नाम नू ध्याएगा, ये सर्व सुखा का दाता सतगुर आ, तेनू सारे सुख दे देवेगा, तेनू दर दर ते मंगना नहीं पवेगा। सारे सुख तो भाव हो सकता है कि सानू पुत ना मिले, हो सकता सानू धन ना मिले, पर सर्व सुख मिल जाणगे। वो किवें होवेगा जी? चाहुंदे ते असीं सुख हां, पर सतसंगी जनो अंतर हिरदे दे अंदर ओ परमात्मा साडे सतसंगी जनो टकाऊ बना देवेगा, साडे अंदर सहनशीलता बना देवेगा। असीं टिक जावांगे, सहनशीलता विच आ जावांगे, पूरे गुरु दी शरण विच आ करके जदों नाम नूं असीं जपना ते आराधना करांगे। रहाऊ सतगुरु जी इत्थे विश्राम दिंदे ने। तिसहे प्राप्त जिस तुर लिखिया, सोई पूरन पाई। सोई पूरन पाई। प्राप्त ओनू ही होया है जिहड़ा पूर्ण होया है, जिन्हें अपने आप नूं पूरा कीता। गुरु कोलों दात लैण लई अपने आप नूं ओहदे समर्थ बनाया, ओहदे समर्थ बनाया। लाख अडंबर बहुत विस्तारा, नाम बिना झूठे पासारा। हर का नाम सोई जन ले, कर किरपा नानक जिस दे। जिन्हां ते ओ परमात्मा किरपा कर दिंदा है, उन्हां नूं ही प्राप्त हुंदा है। नानक की बेनंती प्रभ जी, नाम रहा लिवलाई। सतगुरु धन गुरु अर्जन देव जी महाराज कहते ने मेरी ये बेनती है कि मैं आप जी दे नाम विच अपनी लिव नूं लाई रखा। सत संगी जनो, लिव दा जुड़ना, सुरत दा जुड़ना, गुरु दे शब्द नाल जुड़ना इस मन दा अत जरूरी है।
ਤੇ ਜਦੋਂ ਵੀ ਕਿਤੇ ਬੇਨਤੀ ਕਰੀਏ ਨਾ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਭਾਹੇ। ਉਹ ਤੇਰੇ ਕਾਜ ਸਵਾਰ ਦੇਵੇਗਾ, ਤੇਰੀਆਂ ਇਸ਼ਾਵਾਂ ਪੂਰੀਆਂ ਕਰੇਗਾ। ਤੇ ਸਤਿਗੁਰ ਕਹਿੰਦੇ ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਉਹ ਵੀ ਅਰਦਾਸ ਸੁਣ ਲੈਂਦਾ ਏ ਤੇ ਕਾਰਜ ਰਾਸ ਆ ਜਾਂਦਾ ਏ। ਗੁਰੂ ਕੇ ਪਿਆਰ ਵਾਲਿਓ, ਲੜੀਵਾਰ ਚੱਲ ਰਹੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ। ਡੰਡਾ ਮੁੰਦਰਾ ਖਿੰਥਾ ਆਧਾਰੀ। ਭਗਤ ਕਬੀਰ ਜੀ ਇਸ ਬਿਲਾਵਲ ਰਾਗ ਦੇ ਅੰਦਰ ਗੁਰੂ ਕੇ ਪਿਆਰ ਵਾਲੇ ਇੱਕ ਜੋਗੀ ਦੀ ਗੱਲ ਕਰਦੇ ਨੇ। ਉਹ ਜੋਗੀ ਜਿਹੜਾ ਭੇਖ ਧਾਰੀ ਹੈ, ਜਿਹਦਾ ਕੇਵਲ ਪਹਿਰਾਵਾ ਹੈ, ਭਾਵੇਂ ਉਸਨੇ ਹੱਥ ਵਿੱਚ ਡੰਡਾ ਫੜਿਆ ਹੋਇਆ ਹੈ, ਮੁੰਦਰਾਂ ਪਹਿਨੀਆਂ ਹੋਈਆਂ ਨੇ, ਗੋਦੜੀ ਪਾਈ ਹੋਈ ਹੈ, ਆਪਣੇ ਇਸ ਭੇਖ ਦਾ ਖਿੰਥਾ ਦਾ ਆਧਾਰ ਉਸਨੇ ਬਣਾਇਆ ਹੈ ਤੇ ਇਸ ਖਿੰਥਾ ਦੇ ਆਧਾਰ ਦੇ ਵਿੱਚ ਹੀ ਉਹ ਭਟਕ ਰਿਹਾ ਹੈ। ਭ੍ਰਮ ਕੈ ਭਾਈ ਭਵੈ ਭੇਖ ਧਾਰੀ। ਭ੍ਰਮ ਦੇ ਵਿੱਚ, ਭੈ ਦੇ ਵਿੱਚ, ਇਸ ਅਨੁਸਾਰ ਉਹ ਭੇਖ ਧਾਰੀ ਹੋਇਆ ਫਿਰਦਾ ਏ। ਤੇ ਭਗਤ ਕਬੀਰ ਜੀ ਅੱਗੇ ਕੀ ਕਹਿਣਾ ਕਰਦੇ ਹਨ? ਆਸਨ ਭਵਨ ਦੂਰ ਕਰ ਬਵਰੇ। ਭਗਤ ਕਬੀਰ ਜੀ ਕਹਿੰਦੇ ਨੇ, ਬਵਰੇ ਕਮਲੇ ਜੋਗੀ। ਕਮਲਾ ਜੋਗੀ ਉਸ ਨੂੰ ਕਿਹਾ ਜਿਹੜਾ ਭੇਖ ਧਾਰ ਕੀਤਾ ਜਿਹਨੇ ਜੋਗੀਆਂ ਦਾ, ਜਿਹਨੇ ਕਿਵੇਂ ਮੁੰਦਰਾਂ ਤੇ ਪਾਈਆਂ ਨੇ ਪਰ ਗੱਲੀ ਜੋਗ ਨਾ ਹੋਈ, ਜਿਹੜਾ ਕੇਵਲ ਗੱਲਾਂ ਹੀ ਕਰਦਾ ਹੈ। ਸਤਿਗੁਰੂ ਕਹਿੰਦੇ ਕਿ ਗੱਲਾਂ ਨਾਲ ਜੋਗੀ ਨਹੀਂ ਬਣਿਆ ਜਾਣਾ। ਜੋਗ ਦਾ ਮਤਲਬ ਹੀ ਹੈ ਕਿ ਧਰਮ ਦੇ ਰਸਤੇ ਤੇ ਤੁਰਨਾ। ਤੇ ਜੇ ਜੋਗੀ ਹੈ ਤੇ ਜੋਗੀ ਉਹਨੂੰ ਕਿਹਾ ਜਾਂਦਾ ਜਿਹੜਾ ਜੁੜ ਚੁੱਕਿਆ ਹੈ, ਜੁੜ ਚੁੱਕਿਆ ਹੈ। ਹੁਣ ਭਗਤ ਕਬੀਰ ਜੀ ਕਹਿਣ ਲੱਗੇ, ਤੂੰ ਡੰਡਾ ਵੀ ਫੜ ਲਿਆ, ਖਿੰਥਾ ਵੀ ਲੈ ਲਈ, ਮੁੰਦਰਾਂ ਵੀ ਪਾ ਲਈਆਂ, ਭੇਖ ਵੀ ਬਣਾ ਲਿਆ, ਪਰ ਤੂੰ ਭੇਖ ਧਾਰੀ ਹੈ। ਭੇਖ ਧਾਰਨ ਕਰਕੇ ਤੂੰ ਬਵਰੇ ਕਮਲੇ ਜੋਗੀ ਆਸਣ ਲਾ ਕੇ ਬਹਿਣਾ ਹੈ, ਲੋਕ ਦਿਖਾਵਾ ਕਰਦਾ ਹੈ, ਸਾਹ ਰੋਕ ਲੈਣਾ ਹੈ। ਆਸਣ ਪਵਨ ਦੂਰ ਕਰ ਬਵਰੇ, ਪਵਨ ਭਾਵ ਸਵਾਸ ਰੋਕ ਲੈਣਾ ਹੈ ਤੇ ਇਸ ਕਪਟ ਦੇ ਵਿੱਚ ਤੂੰ ਲੀਨ ਹੋਇਆ ਹੈ। ਛੋੜ ਕਪਟ ਨਿਤ ਹਰ ਭਜ ਬਵਰੇ। ਭਗਤ ਜੀ ਕਹਿੰਦੇ ਨੇ ਕਪਟ ਛੱਡ ਦੇ, ਕਪਟ ਛੱਡ ਦੇ। ਆ ਭੇਖ ਬਣਾ ਕੇ ਜੋਗੀਆਂ ਵਾਲਾ, ਕੇਵਲ ਜੋਗੀ ਦੀ ਹੀ ਗੱਲ ਨਹੀਂ ਸਤ ਸੰਗੀ ਜਨੋ, ਕੋਈ ਵੀ ਧਾਰਮਿਕ ਲੋਕ ਧਰਮ ਦੇ ਅੰਦਰ, ਭਾਵੇਂ ਉਹ ਸਿੱਖ ਹੈ, ਭਾਵੇਂ ਈਸਾਈ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਜਿਹੜਾ ਭੇਖ ਧਾਰੀ ਹੈ ਨਾ, ਉਹਨੂੰ ਕਿਤੇ ਵੀ ਪ੍ਰਮਾਣਤਾ ਨਹੀਂ। ਗੁਰਮਤਿ ਨੇ, ਗੁਰਬਾਣੀ ਨੇ, ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਭੇਖ ਧਾਰੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਕਹਿੰਦੇ ਭੇਖ ਨਹੀਂ ਬਣਾਉਣਾ ਹੈ ਸਿੱਖਾ, ਕੇਵਲ ਭੇਖ ਨਾ ਬਣਾਈ, ਸਿੱਖੀ ਧਾਰਨ ਕਰੀ। ਸਿੱਖ ਤੂੰ ਤਾਂ ਹੀ ਹੈ ਜੇ ਸਿੱਖੀ ਤੇਰੇ ਕੋ ਹੋਵੇਗੀ, ਸਿੱਖਿਆ ਤੇਰੇ ਕੋ ਹੋਵੇਗੀ, ਗੁਰੂ ਦੀ ਵਿਚਾਰ ਤੇਰੇ ਕੋ ਹੋਵੇਗੀ। ਭੇਖ ਦੇ ਨਾਲ ਉਹ ਰੀਝਣ ਵਾਲਾ ਨਹੀਂ, ਤੇਰੀ ਚਤੁਰਾਈ ਦੇ ਨਾਲ ਉਹ ਰੀਝਣ ਵਾਲਾ ਨਹੀਂ। ਇਸ ਲਈ ਭਗਤ ਜੀ ਕਹਿੰਦੇ ਨੇ, ਛੋੜ ਕਪਟ ਨਿਤ ਹਰ ਭਜ ਬਵਰੇ, ਹਰੀ ਦਾ ਭਜਨ ਕਰ ਬੰਦਗੀ ਕਰ। ਰਹਾਉ ਜੇ ਤੂੰ ਜਾਚਹਿ ਸੋ ਤ੍ਰਿਭਵਨ ਭੋਗੀ। ਜੇ ਤੂੰ ਜਾਚੈ, ਜਾਚੇ ਤੋਂ ਭਾਵੇਂ ਮੰਗਣਾ, ਜਿਹੜੀ ਮਾਇਆ ਤੂੰ ਭੇਖ ਬਣਾ ਕੇ ਸੰਸਾਰ ਕੋ ਮੰਗ ਰਿਹਾ ਹੈ ਨਾ, ਉਸ ਮਾਇਆ ਨੂੰ ਸੰਸਾਰ ਭੋਗਦਾ ਪਿਆ ਹੈ। ਉਹ ਤੇ ਸੰਸਾਰ ਵਿੱਚ ਸੰਸਾਰੀ ਰਹਿ ਕੇ ਵੀ ਤੈਨੂੰ ਮਿਲ ਜਾਣੀ ਸੀ। ਤੂੰ ਭੇਖ ਬਣਾ ਲਿਆ, ਧਰਮ ਦੇ ਚਿੰਨ੍ਹ ਤਾਂ ਪਾ ਲਏ, ਲੋਕਾਂ ਨੂੰ ਠੱਗਣ ਵਾਸਤੇ ਆਪਣਾ ਇਹ ਰੂਪ ਸਰੂਪਤਾ ਬਣਾ ਲਿਆ ਹੈ। ਕਹੇ ਕਬੀਰ ਕੇ 100 ਜਗ ਜੋਗੀ। ਭਗਤ ਕਬੀਰ ਜੀ ਕਹਿੰਦੇ ਨੇ, ਅਸਲ ਜੋਗੀ ਉਹ ਪਰਮੇਸ਼ਰ ਪਰਮਾਤਮਾ ਆਪ ਹੈ। ਕੇਸੋ ਕੇਸੋ ਭਾਵੇਂ ਪਰਮਾਤਮਾ,
ਕਹਿ ਕਬੀਰ ਕੇਸੋ ਜਗ ਜੋਗੀ। ਇਹ ਜੋਗੀ ਭੇਖ ਧਾਰੀ ਧਾਰਨ ਕਰਨ ਵਾਲਿਆ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਅਰਾਧਨਾ ਕਰ, ਉਸ ਪਰਮਾਤਮਾ ਦੇ ਨਾਲ ਜੁੜਨਾ ਕਰ। ਤੇ ਸਤ ਸੰਗੀ ਜਿਹਨੂੰ ਜਿਹੜੇ ਉਸ ਪਰਮੇਸ਼ਰ ਪਰਮਾਤਮਾ ਨਾਲ ਜੁੜੇ, ਜਿਨ੍ਹਾਂ ਨੇ ਉਸ ਪਰਮਾਤਮਾ ਦੀ ਸੰਗਤ ਕੀਤੀ, ਸਤ ਸੰਗਤ ਕੀਤੀ, ਉਹਨਾਂ ਨੂੰ ਗਿਆਨ ਵੀ ਪ੍ਰਾਪਤ ਹੋਇਆ ਤੇ ਸੋਝੀ ਵੀ ਪ੍ਰਾਪਤ ਹੋਈ। ਕਿਉਂਕਿ ਮੇਰੇ ਸਾਹਿਬ ਜੀ ਦਾ ਬਚਨ ਹੈ, ਗੁਰੂ ਦੁਆਰੇ ਹੋਏ ਸੋਝੀ ਪਾਏ ਸੇ। ਗੁਰੂ ਦਾ ਦੁਆਰ ਹੀ ਐਸਾ ਹੈ, ਦਰ ਹੀ ਐਸਾ ਹੈ ਜਿੱਥੇ ਸੋਝੀ ਮਿਲਦੀ ਏ, ਗਿਆਨ ਮਿਲਦਾ ਏ। ਇੱਥੇ ਅਰਦਾਸ ਕਰੀਏ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਕੋਟਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਸਮੁੱਚੀਆਂ ਸੰਗਤਾਂ ਦਾ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਜਥੇਦਾਰ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਸਮਾਂ ਦੇ ਕੇ ਸਮੁੱਚੀਆਂ ਸੰਗਤਾਂ ਦੇ ਦਰਸ਼ਨ ਦੀਦਾਰ ਕਰਾਏ, ਗੁਰ ਸ਼ਬਦ ਵਿਚਾਰ ਦੇ ਨਾਲ ਜੋੜਨਾ ਕੀਤਾ। ਲਵਾਇਓ ਹਾਜ਼ਰੀ, ਬੁਲਾਇਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।